ਸਕੀਮ ਲਿਆਂਦੀ ਅਗਨੀਵੀਰ ਦੀ 4 ਸਾਲ ਤੁਸੀਂ ਫੌਜ ਦੇ ਵਿੱਚ ਨੌਕਰੀ ਕਰੋ, ਤਨਖਾਹ ਵੀ ਚੰਗੀ ਦਿੱਤੀ ਜਾਊਗੀ, ਪਰ 4 ਸਾਲ ਤੋਂ ਬਾਅਦ ਤੁਹਾਨੂੰ ਛੁੱਟੀ ਕਰ ਦਿੱਤੀ ਜਾਊਗੀ ਕਿ ਜਾਓ ਹੁਣ ਤੁਸੀਂ ਕੋਈ ਵੀ ਕੰਮ ਕਰ ਲਓ, ਪੈਨਸ਼ਨ ਵੀ। ਇਹਨੂੰ ਜੇ ਫੋਲੋ ਕਰੀਏ ਤਾਂ ਇਹ ਪਤਾ ਲੱਗਦਾ ਕਿ ਇਹ ਇਜ਼ਰਾਈਲ ਦੀ ਮਿਲਟਰੀ ਵਾਲਾ ਪਲਾਨ ਹੈ। ਉਹਨਾਂ ਨੇ ਕਿਹਾ ਕਿ ਜਦੋਂ ਮੁੰਡਾ ਚਾਹੇ ਕੁੜੀ ਹੈ, ਜਦੋਂ ਤੁਸੀਂ 18 ਸਾਲ ਦੇ ਹੋ ਗਏ ਤਾਂ ਤੁਹਾਨੂੰ 3 ਸਾਲ ਹੈ ਜਿਹੜੇ ਉਹ ਫੌਜ ਚ ਲਾਉਣੇ ਪੈਣੇ ਪੱਕਾ। ਚਾਹੇ ਤੁਸੀਂ ਮਿਨਿਸਟਰ ਦੇ ਬੱਚੇ ਹੋ, ਚਾਹੇ ਤੁਸੀਂ ਰਾਸ਼ਟਰਪਤੀ ਦੇ ਬੱਚੇ ਹੋ, ਚਾਹੇ ਪ੍ਰਧਾਨ ਮੰਤਰੀ ਦੇ ਬੱਚੇ ਹੋ, ਚਾਹੇ ਕਿਸੇ ਜੱਜ ਦੇ ਬੱਚੇ ਹੋ, ਤੁਹਾਨੂੰ 3 ਸਾਲ ਉੱਥੇ ਫੌਜ ਚ ਲਾਉਣੇ ਹੀ ਲਾਉਣੇ ਪੈਣਗੇ। ਜਿੰਨੇ ਉਹਨਾਂ ਦੇ 90-91 ਲੱਖ ਗਿਣਤੀ ਹੈ, ਪੋਪੂਲੇਸ਼ਨ ਹੈ, ਤਾਂ ਉਹਦੇ ਚੋਂ ਉਹਨਾਂ ਦੀ ਘੱਟੋ ਘੱਟ 80 ਲੱਖ ਫੌਜ ਆ। ਉਹ ਜਿਹਨੇ 3 ਸਾਲ ਨੌਜਵਾਨ ਮੁੰਡੇ ਕੁੜੀ ਨੇ ਕੰਮ ਕੀਤਾ ਬਾਈ ਜੀ, ਉਹਨੂੰ ਤਾਂ ਪਤਾ ਸਾਰਾ ਕੁਝ। ਮਤਲਬ ਆਉਣ ਵਾਲੇ ਸਮੇਂ 'ਚ ਜੇ ਕੋਈ ਗੱਲ ਵਾਪਰਦੀ ਆ ਤਾਂ ਉਹ ਸਾਰੇ ਲੜ ਸਕਦੇ ਨੇ। ਮਤਲਬ ਇਜ਼ਰਾਈਲ ਆ ਨਾ ਜਿਹੜਾ, ਉਹ ਆਪਣੀ ਰਿਜ਼ਰਵ ਫੌਜ ਤਿਆਰ ਰੱਖ ਰਿਹਾ ਹੈ। 6 ਲੱਖ ਤੇ ਫੌਜੀਆਂ ਤੇ ਜਿੰਨਾ ਦੇਖੋ ਤੁਸੀਂ ਹਜ਼ਾਰਾਂ ਕਰੋੜ ਰੁਪਇਆ ਬਣ ਜਾਂਦਾ ਉਹਨਾਂ ਦੀਆਂ ਤਨਖਾਹਾਂ ਦਾ, ਜਿਹੜਾ ਉਹ ਲੱਗਣਾ ਸੀ ਉਹ ਸਾਰਾ ਹੁਣ ਹਥਿਆਰਾਂ ਤੇ ਲਾਊਗਾ ਇੰਡੀਆ। ਹਥਿਆਰ ਆਧੁਨਿਕ ਕਰ ਰਿਹਾ, ਰਫੇਲ ਵਰਗੇ ਜਹਾਜ਼ ਅਸੀਂ ਫਰਾਂਸ ਤੋਂ ਲੈ ਲਏ ਨੇ, ਹੈ ਨਾ। ਸਿਕਿਉਰਿਟੀ ਸਿਸਟਮ, ਮਿਜ਼ਾਈਲਾਂ ਜਿਹੜੀਆਂ S-400 ਹੈ ਸ਼ਾਇਦ, ਉਹ ਰਸ਼ੀਆ ਤੋਂ ਅਸੀਂ ਲੈ ਲਈ ਹੈ ਕਿ ਕੋਈ ਵੀ ਮਿਜ਼ਾਈਲ ਅੰਦਰ ਆ ਰਹੀ ਹੈ ਤਾਂ ਉਹ ਅੰਦਰ ਨਹੀਂ ਆਊਗੀ, ਉਹਨੂੰ ਰਸਤੇ 'ਚ ਖਤਮ ਕਰ ਦਿੱਤਾ ਜਾਊਗਾ। ਇੰਨਾ ਉਹ ਡਿਫੈਂਸ ਸਿਸਟਮ ਕਾਮਯਾਬ ਹੈ। ਸੋ ਆਰਟੀਫਿਸ਼ੀਅਲ ਇੰਟੈਲੀਜੈਂਟ ਵੱਲ ਵੱਧ ਰਹੀ ਹੈ ਇੰਡੀਆ। ਇਹੀ ਕਾਰਨ ਹੈ ਕਿ ਅਗਨੀਵੀਰ ਵਾਲਾ ਜਿਹੜਾ ਕਨਸੈਪਟ ਆ ਉਹ ਇੰਡੀਆ 'ਚ ਲਾਂਚ ਹੋਇਆ। ਸਮੇਂ ਦੀ ਮੰਗ ਇਹ ਨਹੀਂ ਕਿ ਤੁਹਾਡੇ ਕੋਲ ਫੌਜ ਸਭ ਤੋਂ ਵੱਡੀ ਹੋਵੇ, ਸਮੇਂ ਦੀ ਮੰਗ ਇਹ ਹੈ ਕਿ ਜਿਹੜੀ ਤੁਹਾਡੀ ਫੌਜ ਆ, ਤੁਹਾਡੀ ਫੌਜ ਦੇ ਕੋਲ ਹਥਿਆਰ ਸਭ ਤੋਂ ਵਧੀਆ ਹੋਵੇ। ਸਤਿ ਸ਼੍ਰੀ ਅਕਾਲ ਰਾਓ ਸਰ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਨੇ? ਠੀਕ ਹੋ? ਠੀਕ ਹੀ ਹੈ, ਤੁਹਾਡੇ ਸਾਹਮਣੇ ਹੀ ਹੈ। ਬਿਲਕੁਲ। ਤੇ ਹੜ੍ਹਾਂ ਦੇ ਵਿੱਚ ਹਜੇ ਵੀ ਜੂਝ ਰਹੇ ਨੇ ਪੰਜਾਬ ਦੇ ਲੋਕ, ਪਰ ਦੂਸਰੇ ਪਾਸੇ ਸਕੀਮਾਂ ਵੀ ਆਉਂਦੀਆਂ ਨੇ ਨੌਕਰੀਆਂ ਦੀਆਂ। ਅਗਨੀਵੀਰ ਇਹ ਕੀ ਹੈ? ਅਗਨੀਵੀਰ ਤਾਂ ਚਲੋ ਵੈਸੇ ਗੱਲ ਤਾਂ ਬਹੁਤ ਪੁਰਾਣੀ ਹੋ ਗਈ, ਪਿਛਲੇ ਸਾਲ ਦੀ ਗੱਲ ਹੈ। ਅਗਨੀਵੀਰ ਹੋ ਸਕਦਾ ਕਿ ਸ਼ਾਇਦ ਬਹੁਤ ਸਾਰੇ ਲੋਕਾਂ ਨੂੰ ਨਾ ਪਤਾ ਹੋਵੇ। ਚਲੋ ਆਪਾਂ ਇਹਦੇ ਤੇ ਗੱਲ ਕਰ ਲੈਂਦੇ ਹਾਂ। ਨਾਲੇ ਇਹਦੇ ਤੇ ਇਹ ਵੀ ਆ, ਦੱਸਦੇ ਹਾਂ ਵੀ ਅਸਲ ਦੇ ਵਿੱਚ ਇਹ ਫਾਰਮੂਲਾ ਆਇਆ ਕਿੱਥੋਂ ਆ, ਹੈ ਨਾ, ਜਾਂ ਭਾਰਤ ਸਰਕਾਰ ਕਿਉਂ ਲੈ ਕੇ ਆਈ ਆ। ਪਹਿਲਾਂ ਅਗਨੀਵੀਰ ਦੀ ਗੱਲ ਤਾਂ ਇਹ ਹੈ ਕਿ ਜਿੱਥੇ ਪਹਿਲਾਂ ਹੁਣ ਤੱਕ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਵੀ ਤਾਂ ਫੋਰਸ 'ਚ ਭਰਤੀ ਹੁੰਦੇ ਸੀ ਜਵਾਨ, ਹੈ ਨਾ, ਉਦੋਂ ਵੀ ਫੌਜ ਸੀ। ਤੇ 47 ਤੋਂ ਬਾਅਦ ਦੇਸ਼ ਆਜ਼ਾਦ ਹੋਇਆ ਤਾਂ ਉਦੋਂ ਵੀ ਫੌਜ ਦੇ ਵਿੱਚ ਲਗਾਤਾਰ ਭਰਤੀ ਹੁੰਦੀ ਆ ਰਹੀ ਹੈ। ਹੁਣ ਇਹ ਕੀ ਸੀ ਕਿ ਇੱਕ ਪੱਕੀ ਭਰਤੀ ਹੁੰਦੀ ਆ, ਠੀਕ ਹੈ, ਕਿ ਜੇ ਤੁਸੀਂ ਇੱਕ ਵਾਰ ਫੌਜ 'ਚ ਆ ਗਏ ਤਾਂ ਜਦੋਂ ਤੱਕ ਤੁਸੀਂ ਸੇਵਾ ਮੁਕਤ ਮਤਲਬ ਰਿਟਾਇਰਮੈਂਟ ਤੱਕ ਤੁਹਾਡੀ ਏਜ ਨਹੀਂ ਆਉਂਦੀ, ਉਦੋਂ ਤਾਂ ਤੁਸੀਂ ਪੱਕੇ ਹੋ ਫੌਜ ਦੇ ਵਿੱਚ। ਤੁਹਾਨੂੰ ਹਰ ਮਹੀਨੇ ਤਨਖਾਹ ਮਿਲਣੀ ਹੈ, ਸਹੂਲਤਾਂ ਮਿਲਣੀਆਂ ਨੇ। ਜਦੋਂ ਤੁਸੀਂ ਰਿਟਾਇਰ ਹੋ ਗਏ ਤਾਂ ਉਸ ਤੋਂ ਬਾਅਦ ਤੁਹਾਨੂੰ ਪੈਨਸ਼ਨ ਮਿਲਣੀ ਹੈ। ਹੁਣ ਤੱਕ ਤਾਂ ਇਹ ਸਿਸਟਮ ਆ ਰਿਹਾ ਸੀ ਨਾ। ਪਿਛਲੇ ਸਾਲ ਹੁਣ ਸਰਕਾਰ ਨੇ ਕੀ ਦੇਖਿਆ ਕਿ ਜਿਹੜਾ ਬਹੁਤ ਇੱਕ ਵੱਡਾ ਬਜਟ ਹੈ ਦੇਸ਼ ਦਾ, ਜਿਹੜਾ ਆਰਥਿਕ ਬਜਟ ਹੈ, ਉਹ ਫੌਜ ਤੇ ਲੱਗ ਰਿਹਾ। ਫੌਜ ਤੇ ਕਹਿਣ ਦਾ ਮਤਲਬ ਇਹ ਹੈ ਕਿ ਹਥਿਆਰਾਂ ਦੀ ਥਾਂ ਤੇ ਵੀ ਜਿਹੜੇ ਫੌਜੀ ਨੇ ਜਾਂ ਹੈ ਨਾ, ਸੈਨਾ ਜਿਹੜੀ ਸਾਡੀ ਫੌਜੀ ਨੇ, ਉਹਨਾਂ ਤੇ ਇੱਕ ਵੱਡਾ ਹਿੱਸਾ ਬਜਟ ਦਾ ਖਰਚ ਹੋ ਰਿਹਾ ਸੀ। ਹੁਣ ਸਰਕਾਰ ਨੂੰ ਇਹ ਸੀ ਕਿ ਅਸੀਂ ਮਤਲਬ ਕਿੱਦਾਂ ਖਰਚ ਵੀ ਘਟਾਉਣਾ ਹੈ ਅਸੀਂ, ਤੇ ਜਿਹੜੀ ਪਾਵਰ ਹੈ ਨਾ, ਸੈਨਾ ਸ਼ਕਤੀ ਹੈ ਫੌਜ ਦੀ, ਉਹ ਵੀ ਓਨੀ ਹੋ ਰਹੇ। ਪਰ ਇਹ ਮੁਮਕਿਨ ਨਹੀਂ ਸੀ। ਹੁਣ ਅੰਦਾਜ਼ੇ ਅਨੁਸਾਰ ਜੇਕਰ ਲਾ ਲਓ ਕਿ 14-15 ਲੱਖ ਆਪਣਾ ਫੌਜ ਦੀ ਗਿਣਤੀ ਹੈ, ਠੀਕ ਹੈ, ਤੇ ਪਾਕਿਸਤਾਨ ਛੋਟਾ ਮੁਲਕ ਹੈ ਤੇ ਉੱਥੇ ਘੱਟ ਹੈ 6-7 ਲੱਖ ਫੌਜ। ਆਪਾਂ ਡਬਲ ਦੇ ਵਿੱਚ ਬੈਠੇ ਹਾਂ। ਤੇ ਆਰਥਿਕ ਜਦੋਂ ਬੋਝ ਪੈ ਰਿਹਾ ਸੀ ਤਾਂ ਫਿਰ ਇਹ ਸਕੀਮ ਲਿਆਂਦੀ ਅਗਨੀਵੀਰ ਦੀ, ਵੀ ਅਗਨੀਪਥ ਹੈ ਜੀ, ਅਗਨੀਵੀਰ ਅਸੀਂ ਭਰਤੀ ਕਰਾਂਗੇ। ਤੇ ਉਹ ਸੀਗਾ ਕਿ ਮੁੰਡੇ ਸਿਰਫ ਅਸੀਂ ਫੌਜ ਦੇ ਵਿੱਚ, ਜਾਂ ਮੁੰਡੇ ਜਾਂ ਕੁੜੀਆਂ 4 ਸਾਲ ਦੇ ਲਈ ਭਰਤੀ ਕਰਾਂਗੇ। 4 ਸਾਲ ਤੁਹਾਡੇ ਤੋਂ ਕੰਮ ਲੈਣਾ, 18 ਤੋਂ ਲੈ ਕੇ ਮਤਲਬ ਤੁਸੀਂ 21, 22, 23 ਸਾਲ ਦੇ ਹੋਣੇ ਚਾਹੀਦੇ ਹੋ ਇਹਦੇ ਚ ਭਰਤੀ ਕਰਨ ਦੇ। ਹਾਂ, ਵੀ ਜੇਕਰ ਤੁਸੀਂ ਇਸ ਏਜ ਚੋਂ ਤਾਂ ਤੁਸੀਂ ਆ ਜਾਓ, 4 ਸਾਲ ਤੁਸੀਂ ਫੌਜ ਦੇ ਵਿੱਚ ਨੌਕਰੀ ਕਰੋ, ਤਨਖਾਹ ਵੀ ਚੰਗੀ ਦਿੱਤੀ ਜਾਊਗੀ, ਪਰ 4 ਸਾਲ ਤੋਂ ਬਾਅਦ ਤੁਹਾਨੂੰ ਛੁੱਟੀ ਕਰ ਦਿੱਤੀ ਜਾਊਗੀ ਕਿ ਜਾਓ ਹੁਣ ਤੁਸੀਂ ਕੋਈ ਵੀ ਕੰਮ ਕਰ ਲਓ। ਪੈਨਸ਼ਨ ਵੀ ਨਹੀਂ, ਮਤਲਬ ਕੱਲੇ ਉਹ ਕੰਮ, ਉਹ ਨੌਕਰੀ ਮਿਲੂਗੀ ਸਿਰਫ 4 ਸਾਲ, 4 ਸਾਲ ਲਈ ਕੰਮ, 4 ਸਾਲ ਦੇ ਲਈ ਕੰਮ ਹੈ, ਠੀਕ ਹੈ। ਤਨਖਾਹ ਲਓ, 4 ਸਾਲ ਕੰਮ ਕਰੋ, 4 ਸਾਲ ਤੋਂ ਬਾਅਦ ਆਪਣਾ ਕੋਈ ਵੀ ਕਹਿੰਦੇ ਤੁਸੀਂ ਕੰਮ ਸ਼ੁਰੂ ਕਰ ਸਕਦੇ ਹੋ। ਵੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਊਗੀ, ਸਾਡੀ ਕੋਈ ਜ਼ਿੰਮੇਵਾਰੀ। ਜਿਵੇਂ ਫੌਜੀ ਇਹਦੇ ਤੇ ਰੌਲਾ ਵੀ ਪਿਆ ਪਿੱਛੇ ਬੜਾ ਜਿਹਾ, ਹਨਾ, ਕਿ ਇਹ ਏਦਾਂ ਗਲਤ ਹੈ ਜੀ, ਵੀ ਜਿਹੜੇ ਫੌਜੀ ਨੇ ਉਹਨਾਂ ਨੂੰ ਆਪਣੀਆਂ ਜਾਨਾਂ ਵੀ ਵਾਰਨੀਆਂ ਪੈ ਸਕਦੀਆਂ ਨੇ। ਉਹ ਕਹਿੰਦੇ ਕਿ ਉਹ 4 ਸਾਲਾਂ ਦੇ ਲਈ ਆਪਣੀ ਜਾਨ ਜੋਖਮ ਚ ਕੌਣ ਪਾਊਗਾ, ਕਿਉਂਕਿ ਇੱਕ ਤਾਂ ਪਤਾ ਕਿ ਅਸੀਂ ਪੱਕੇ ਆ
ਰਿਟਾਇਰਮੈਂਟ ਤੱਕ ਹੈ, ਚਲੋ ਜੇ ਸ਼ਹੀਦ ਵੀ ਹੋ ਗਏ ਤਾਂ ਵੀ ਸਾਡੀ ਪਿੱਛੋਂ ਮਦਦ ਕੀਤੀ ਜਾਊ ਪਰਿਵਾਰ ਦੀ, ਹਾਂ, ਤੇ ਰਿਟਾਇਰਮੈਂਟ ਆ, ਠੀਕ ਹੈ, ਉਹ ਇੱਕ ਸਿਕਿਉਰਿਟੀ ਹੈਗੀ ਸੀ ਫੌਜੀਆਂ ਦੇ ਲਈ, ਉਹ ਸਿਕਿਉਰਿਟੀ ਇਸ ਅਗਨੀਪਥ ਦੇ ਆਉਣ ਨਾਲ ਖਤਮ ਹੋਈ ਆ। ਹੁਣ ਗੱਲ ਇਹ ਕਰਦੇ ਆ ਵੀ ਇਹ ਲੈ ਕੇ ਕਿਉਂ ਆਈ ਸਰਕਾਰ, ਇਹ ਇੱਕ ਵੱਡਾ ਸਵਾਲ ਹੁਣ ਤੱਕ ਚੱਲਦਾ ਰਿਹਾ, ਪਿਛਲੇ ਸਾਲ ਤੋਂ ਹੁਣ ਤੱਕ ਜੀ। ਤੇ ਜੇ ਮੈਂ ਇਹ ਕਹਾਂ ਹੈਪੀ ਜੀ, ਇਹ ਗਲਤ ਨਹੀਂ ਹੋਊਗਾ ਕਿ ਜਿਹੜੀ ਸਾਡੀ ਭਾਰਤ ਸਰਕਾਰ ਹੈ ਉਹ ਜਿਹੜਾ ਇੱਕ ਇਜ਼ਰਾਈਲ ਦਾ ਜਿਹੜਾ ਮਿਲਟਰੀ ਪਲਾਨ ਹੈ ਉਹਨੂੰ ਫੋਲੋ ਕਰ ਰਹੀ ਹੈ। ਹੁਣ ਜਦੋਂ ਹੌਲੀ ਹੌਲੀ ਅਸੀਂ ਸਰਚ ਕਰਦੇ ਆ ਨਾ ਵੀ ਇਹ ਕਿਸ ਚੀਜ਼ ਨਾਲ ਮਿਲ ਰਹੀਆਂ ਨੇ ਚੀਜ਼ਾਂ, ਹਾਂ, ਮਤਲਬ ਹਰ ਇੱਕ ਦੇਸ਼ ਸੋਚਦਾ ਵੀ ਯਾਰ ਮੇਰੀ ਤਾਂ ਫੌਜ ਜ਼ਿਆਦਾ ਹੋਣੀ ਚਾਹੀਦੀ ਆ ਜੀ, ਮੇਰੀ ਤਾਂ ਜੇ ਮੇਰੇ ਕੋਲ ਅੱਜ 10 ਹੈ ਤਾਂ ਮੇਰੇ ਕੋਲ ਤਾਂ 12 ਲੱਖ ਜਾਂ 15 ਲੱਖ ਹੋਣੀ ਚਾਹੀਦੀ ਆ, ਵੀ ਜਿੰਨੇ ਫੌਜੀ ਉਨੀ ਸੈਨਾ ਦੀ ਤਾਕਤ ਜ਼ਿਆਦਾ। ਪਰ ਹੁਣ ਇਹ ਧਾਰਨਾ ਹੈਪੀ ਜੀ ਬਦਲ ਗਈ ਹੈ ਜੀ। ਹੁਣ ਇਹ ਹੈ ਕਿ ਬੇਸ਼ੱਕ ਫੌਜ ਤੁਹਾਡੇ ਕੋਲ ਘੱਟ ਹੋਵੇ, ਤੁਹਾਡੇ ਕੋਲ ਜਿਹੜੇ ਹਥਿਆਰ ਨੇ ਉਹ ਤੁਹਾਡੇ ਕੋਲ ਨੰਬਰ 1 ਹੋਣੇ ਚਾਹੀਦੇ ਨੇ, ਠੀਕ ਹੈ। ਹੁਣ ਸਰਕਾਰ ਇੰਡੀਅਨ ਗਵਰਨਮੈਂਟ ਇਹ ਦੇਖ ਰਹੀ ਹੈ, ਡਿਫੈਂਸ ਮਿਨਿਸਟਰੀ ਹੈ ਜਿਹੜੀ, ਕਿ ਫੌਜੀਆਂ ਤੇ ਜ਼ਿਆਦਾ ਪੈਸੇ ਖਰਚ ਕਰਨ ਦੀ ਬਜਾਏ ਹਥਿਆਰਾਂ ਤੇ ਖਰਚ ਕੀਤਾ ਜਾਵੇ, ਕਿਉਂਕਿ ਅੱਗੇ ਜਿਹੜਾ ਆਉਣ ਵਾਲਾ ਸਮਾਂ ਉਹ AI ਦਾ, ਆਪਾਂ ਪਹਿਲਾਂ ਵੀ ਗੱਲ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ, ਰੋਬੋਟਿਕ ਹਥਿਆਰ ਨੇ ਜਾਂ ਜਿਹੜੇ ਡਰੋਨਸ ਨੇ, ਠੀਕ ਹੈ, ਇੱਕ ਬੰਦਾ ਡਰੋਨ ਉਡਾ ਸਕਦਾ, ਛੋਟੀ ਜਿਹੀ ਟੀਮ ਡਰੋਨ ਉਡਾ ਕੇ ਕਿਤੇ ਵੀ ਮਾਰ ਕਰ ਸਕਦੀ ਹੈ। ਹੁਣ ਆਪਾਂ ਡਰੋਨ ਵੀ ਖਰੀਦ ਰਹੇ ਹਾਂ, ਠੀਕ ਹੈ। ਸੋ ਇਸ ਪਾਸੇ ਵੱਲ ਜਿਹੜਾ ਡਿਫੈਂਸ ਮਿਨਿਸਟਰੀ ਧਿਆਨ ਦੇ ਰਹੀ ਹੈ, ਤੇ ਇਹਨੂੰ ਜੇ ਫੋਲੋ ਕਰੀਏ ਤਾਂ ਇਹ ਪਤਾ ਲੱਗਦਾ ਕਿ ਇਹ ਇਜ਼ਰਾਈਲ ਦੀ ਮਿਲਟਰੀ ਵਾਲਾ ਪਲਾਨ ਹੈ। ਹੁਣ ਉਹ ਪਲਾਨ ਕੀ ਹੈ ਇਜ਼ਰਾਈਲ ਦਾ ਜਿਹੜਾ ਇੰਡੀਆ ਫੋਲੋ ਕਰ ਰਿਹਾ, ਉਹ ਆਪਾਂ ਦੱਸ ਦਿੰਦੇ ਹਾਂ। ਉਹ ਇਹ ਹੈ ਕਿ ਇਜ਼ਰਾਈਲ ਦੇ ਵਿੱਚ ਜਿਹੜੀ ਜਨਸੰਖਿਆ ਉਹ ਬਹੁਤ ਘੱਟ ਆ, ਤਕਰੀਬਨ 90-91 ਲੱਖ ਬੰਦਾ, 1 ਕਰੋੜ ਵੀ ਨਹੀਂ ਹੈ ਇਜ਼ਰਾਈਲ 'ਚ, ਠੀਕ ਹੈ। ਪਰ ਉਹਨਾਂ ਦੀ ਟੈਕਨੋਲੋਜੀ ਬਹੁਤ ਐਡਵਾਂਸ ਹੈ ਜੀ। ਇੰਡੀਆ ਤੇ ਇਜ਼ਰਾਈਲ ਦੋਸਤ ਨੇ ਆਪਸ ਦੇ ਵਿੱਚ। ਹੁਣ ਇੰਡੀਆ ਨੇ ਕਿਹਾ ਕਿ ਮੇਰੇ 14-15 ਲੱਖ ਫੌਜੀ ਨੇ ਤੇ ਇੱਕ ਵੱਡਾ ਜਿਹੜੀ ਰਾਸ਼ੀ ਹੈ, ਧਨ ਹੈ ਜਿਹੜਾ, ਉਹ ਫੌਜੀਆਂ ਤੇ ਹੀ ਖਰਚ ਹੋ ਜਾਂਦਾ, ਬਜਾਏ ਕਿ ਇਸਦੇ ਅਸੀਂ ਹਥਿਆਰਾਂ ਤੇ ਲਾਈਏ। ਤੇ ਹੁਣ ਇੰਡੀਆ ਇਹ ਪਲਾਨ ਕਰ ਰਹੀ ਹੈ, ਸਾਡੀ ਸਰਕਾਰ ਨੇ ਇਹ ਪਲਾਨ ਕੀਤਾ ਅਗਨੀਵੀਰ ਦੇ ਮੰਤਵ ਦੇ ਨਾਲ, ਕਿ ਇਜ਼ਰਾਈਲ ਹੈ ਜਿਹੜਾ, ਇਜ਼ਰਾਈਲ ਦੇ ਵਿੱਚ ਫੌਜ ਦੀ ਗਿਣਤੀ ਵੀ ਘੱਟ ਹੈ ਕਿਉਂਕਿ ਉੱਥੇ ਪਾਪੂਲੇਸ਼ਨ ਹੀ ਘੱਟ ਹੈ। ਉਹਨਾਂ ਨੇ ਕੀ ਕੀਤਾ ਹੋਇਆ, ਉਹਨਾਂ ਨੇ ਕਿਹਾ ਕਿ ਜਦੋਂ ਮੁੰਡਾ ਚਾਹੇ ਕੁੜੀ ਹੈ, ਜਦੋਂ ਤੁਸੀਂ 18 ਸਾਲ ਦੇ ਹੋ ਗਏ ਤਾਂ ਤੁਹਾਨੂੰ 3 ਸਾਲ ਹੈ ਜਿਹੜੇ ਉਹ ਫੌਜ ਚ ਲਾਉਣੇ ਪੈਣੇ ਆ ਪੱਕਾ, ਚਾਹੇ ਮੁੰਡਾ ਚਾਹੇ ਕੁੜੀ ਹੈ, ਕੋਈ ਵੀ ਹੈ, ਹਾਂ। ਤੁਹਾਨੂੰ ਜਦੋਂ 18 ਸਾਲ ਹੋ ਗਏ, 18 ਤੋਂ ਉਹਨਾਂ ਨੇ ਕੁਛ ਰਿਲੈਕਸੇਸ਼ਨ ਦਿੱਤੀ ਹੋਈ ਹੈ ਸ਼ਾਇਦ 2-3 ਸਾਲ ਦੀ, ਵੀ 18 ਤੋਂ ਜਾਂ 20-21 ਸਾਲ ਦੇ ਵਿੱਚ ਤੁਸੀਂ ਭਰਤੀ ਹੋਣਾ ਹੀ ਹੋਣਾ, ਤੇ ਅਗਲੇ 3 ਸਾਲ ਤੁਸੀਂ ਫੌਜ ਦੇ ਵਿੱਚ ਕੰਮ ਕਰਨਾ, ਟ੍ਰੇਨਿੰਗ ਵੀ ਨਹੀਂ ਲੈਣੀ, ਪੈਸੇ ਮਿਲਦੇ ਆ। ਇਜ਼ਰਾਈਲ ਦਾ ਸ਼ਾਇਦ ਸ਼ਕੀਲ ਹੈ ਕਰੰਸੀ, 23,000 ਸ਼ਕੀਲ ਪਰ ਮੰਥ ਮਿਲਦੇ ਨੇ ਉਹਨਾਂ ਫੌਜੀਆਂ ਨੂੰ ਜਿਹੜੇ ਮੁੰਡੇ 3 ਸਾਲ ਦੇ ਲਈ ਕੰਮ ਕਰਨਗੇ। ਹੁਣ ਇਹ ਕੀ ਹੈ, 3 ਸਾਲ ਮੰਨ ਲਓ 5 ਲੱਖ ਮੁੰਡੇ ਕੁੜੀਆਂ ਨੇ 3 ਸਾਲ ਕੰਮ ਕੀਤਾ, 3 ਸਾਲ ਖਤਮ ਹੋਏ ਉਹ 5 ਲੱਖ ਘਰੇ ਚਲੇ ਗਏ, 5 ਲੱਖ ਹੋਰ ਆ ਗਏ, 3 ਸਾਲ ਖਤਮ ਹੋਏ। ਉਹ ਏਦਾਂ ਕੀ ਹੋਈ ਜਾਂਦਾ, ਜਿਹੜੇ ਟ੍ਰੇਨਿੰਗ ਲੈ ਕੇ ਜਾ ਚੁੱਕੇ ਨੇ, ਹੁਣ ਜਿਹਨੇ 3 ਸਾਲ ਨੌਜਵਾਨ ਮੁੰਡੇ ਕੁੜੀ ਨੇ ਕੰਮ ਕੀਤਾ, ਬਾਈ ਜੀ ਉਹਨੂੰ ਤਾਂ ਪਤਾ ਸਾਰਾ ਕੁਝ, ਮਤਲਬ ਆਉਣ ਵਾਲੇ ਸਮੇਂ 'ਚ ਜੇ ਕੋਈ ਗੱਲ ਵਾਪਰਦੀ ਆ ਤਾਂ ਉਹ ਸਾਰੇ ਲੜ ਸਕਦੇ ਨੇ। ਮਤਲਬ ਇਜ਼ਰਾਈਲ ਆ ਨਾ ਜਿਹੜਾ, ਉਹ ਆਪਣੀ ਰਿਜ਼ਰਵ ਫੌਜ ਤਿਆਰ ਰੱਖ ਰਿਹਾ। ਹੁਣ ਜੇ ਉਹ ਹੁਣ ਆਉਣ ਵਾਲੇ ਕੁਝ, ਵੈਸੇ ਤਾਂ ਹੁਣ ਹੋ ਗਿਆ, ਹੁਣ ਜਿੰਨੇ ਉਹਨਾਂ ਦੇ 90-91 ਲੱਖ ਗਿਣਤੀ ਹੈ, ਪਾਪੂਲੇਸ਼ਨ ਹੈ, ਤਾਂ ਉਹਦੇ ਚੋਂ ਉਹਨਾਂ ਦੀ ਘੱਟੋ ਘੱਟ 80 ਲੱਖ ਫੌਜ ਆ ਉਹ ਜਿਹੜੀ ਤਿਆਰ ਹੈ। ਹਾਂ, ਜੇ ਤੁਸੀਂ ਮੰਨੋ ਕਿ 2-2.5 ਲੱਖ ਫੌਜ ਹੈ ਨਾ ਇਸ ਵੇਲੇ ਇਜ਼ਰਾਈਲ ਦੀ, ਤਾਂ ਇਹ ਕਰੋ ਕਿ ਜਿਹੜੇ ਰਿਜ਼ਰਵ ਦੇ ਵਿੱਚ ਜਿਹੜੇ ਆਮ ਲੋਕ ਨੇ, ਜਿਹੜੇ 3-3 ਸਾਲ ਲਾ ਕੇ ਗਏ ਹੋਏ ਨੇ ਮੁੰਡੇ ਕੁੜੀਆਂ, ਤੇ ਉਹਨਾਂ ਕੋਲ ਤਾਂ ਟ੍ਰੇਨਿੰਗ ਪੂਰੀ ਹੈ, ਕੋਈ ਵੀ ਹਥਿਆਰ ਚਲਾ ਸਕਦੇ ਨੇ ਉਹ, ਠੀਕ ਹੈ, ਕੁਛ ਵੀ ਕਰ ਸਕਦੇ ਨੇ, ਹਰ ਇੱਕ ਯੁੱਧ ਕਰਨ ਦੀ ਉਹਨਾਂ ਕੋਲ ਨੀਤੀ ਹੈ, ਕਲਾ, ਕਿਉਂਕਿ 3 ਸਾਲ ਕੰਮ ਕੀਤਾ। ਇਸ ਕਰਕੇ ਇਜ਼ਰਾਈਲ ਵਰਗੇ ਦੇਸ਼ ਕੋਲ 91 ਲੱਖ ਪਾਪੂਲੇਸ਼ਨ ਦੇ ਹੁੰਦੇ ਵੀ 80 ਲੱਖ ਤੱਕ ਦੀ ਸਮਰੱਥਾ ਹੈ ਕਿ ਫੌਜ ਹੈ। ਜਦੋਂ ਲੋੜ ਪੈ ਗਈ ਤਾਂ 80 ਲੱਖਾਂ ਨੇ ਆ ਜਾਣਾ। 10 ਲੱਖ ਉਹ ਕੱਢ ਦੋ ਕਿ ਜਿਹੜੇ ਬਜ਼ੁਰਗ ਨੇ, ਜਿਹੜੇ ਜਾਂ ਬੱਚੇ ਨੇ, ਉਹ ਇੱਕ ਪਾਸੇ ਕੱਢ ਦੋ ਕਿ 10 ਲੱਖ ਉਹ ਨੇ। ਤੇ ਫਿਰ ਇਸੇ ਪਲਾਨ ਤੇ ਇੰਡੀਆ ਕੰਮ ਕਰ ਰਿਹਾ। ਇੰਡੀਆ ਇਹ ਕਹਿ ਰਿਹਾ ਕਿ ਹੁਣ ਜੇ 14 ਲੱਖ ਦੀ ਸਾਡੀ ਫੌਜ ਹੈ ਜੀ, ਇਹਨੂੰ ਘਟਾ ਲਓ, 7-8 ਤੱਕ ਲਿਆਓ, 5 ਤੋਂ 6 ਲੱਖ ਜਿਹੜੀ ਫੌਜ ਹੈ ਉਹ ਘਟਾ ਦਿਓ। ਪਿਛਲੇ 2-3 ਸਾਲਾਂ ਤੋਂ ਤੁਸੀਂ ਜੇ ਨਿਗਾਹ ਮਾਰੋਗੇ ਤਾਂ ਪੱਕੀ ਭਰਤੀ ਨਹੀਂ ਹੋ ਰਹੀ ਇੰਡੀਅਨ ਆਰਮੀ 'ਚ, ਪੱਕੀ ਭਰਤੀ ਨਹੀਂ ਹੋ ਰਹੀ। ਪੱਕੀ ਭਰਤੀ ਨਹੀਂ ਹੋ ਰਹੀ ਤਾਂ ਜ਼ਾਹਿਰ ਹੈ ਕਿ ਹਰ ਸਾਲ ਕਿੰਨੇ ਹੀ ਲੱਖ ਜਿਹੜੇ ਬੰਦੇ ਨੇ ਫੌਜੀ ਨੇ ਉਹ ਰਿਟਾਇਰ ਹੋ ਰਹੇ ਨੇ, ਠੀਕ ਹੈ। ਸੀਟਾਂ ਤਾਂ ਖਾਲੀ ਹੋ ਰਹੀਆਂ ਨੇ, ਪਰ ਪਿੱਛੋਂ ਭਰੀਆਂ ਨਹੀਂ ਜਾ ਰਹੀਆਂ। ਭਰੀਆਂ ਇਸ ਕਰਕੇ ਨਹੀਂ ਜਾ ਰਹੀਆਂ ਕਿਉਂਕਿ ਸਰਕਾਰ ਤੇ ਡਿਫੈਂਸ ਮਿਨਿਸਟਰੀ ਚਾਹ ਹੀ ਨਹੀਂ ਰਹੀ ਕਿ ਭਰੀਏ।
ਉਹ ਤਾਂ ਇਸ ਅੰਕੜੇ ਨੂੰ ਘੱਟ ਕਰਨਾ ਚਾਹੁੰਦੇ ਨੇ, 6, 7, 8 ਲੱਖ ਤੱਕ ਲੈ ਕੇ ਆਉਣਾ ਚਾਹੁੰਦੇ ਨੇ। ਤੇ ਉਹਦਾ ਜਿਹੜਾ ਬੈਸਟ ਪਲਾਨ ਸੀ ਉਹ ਅਗਨੀਵੀਰ ਹੈ ਕਿ 3 ਸਾਲ 4 ਸਾਲ ਕੰਮ ਕਰੋ, ਤਨਖਾਹ ਲਓ, ਉਸ ਤੋਂ ਬਾਅਦ ਤੁਸੀਂ ਆਪਣਾ ਕੋਈ ਵੀ ਕੰਮ ਕਰ ਸਕਦੇ ਹੋ ਜੀ। ਠੀਕ ਹੈ। ਹੁਣ ਇੱਕ ਵੱਡੀ ਗੱਲ ਹੈ ਕਿ ਇੱਕ ਵੱਡਾ ਤਬਕਾ ਬੇਰੁਜ਼ਗਾਰ ਹੈ। ਠੀਕ ਹੈ। ਅਗਲਾ ਕਹਿੰਦਾ ਕਿ 4 ਸਾਲ ਤੱਕ ਕੰਮ ਕਰੀਏ। ਬਾਕੀ ਇੱਕ ਹੋਰ ਆਪਸ਼ਨ ਇਹ ਦੇ ਰਹੀ ਹੈ ਸਰਕਾਰ ਜਾਂ ਮਿਲਟਰੀ ਕਿ 4 ਸਾਲਾਂ ਦੇ ਵਿੱਚ ਜਿਹੜਾ ਬਿਹਤਰੀਨ ਪਰਫਾਰਮਰ ਹੋਊਗਾ, ਜਿਹੜਾ ਫੌਜੀ ਬਾਹਲਾ ਘੈਂਟ ਹੋਊਗਾ, ਹੈ ਨਾ, ਜਿਹਨੂੰ 4 ਸਾਲ ਬੜੀ ਵਧੀਆ ਕੰਮ ਕੀਤਾ, ਤੇ ਉਹ ਕਹਿੰਦੇ ਕਿ ਉਹਨਾਂ 'ਚ ਚੂਜ਼ ਕਰਕੇ ਅਸੀਂ ਰੱਖ ਲਾਂਗੇ ਉਹਦੇ ਕੁਛ, ਹਾਂ, ਕੁਛ 15-20% ਰੱਖ ਲਾਂਗੇ ਉਹਨਾਂ ਨੂੰ ਪੱਕਿਆਂ ਦੇ ਤੌਰ ਤੇ। ਮਤਲਬ ਹੁਣ ਉਹ ਕੁਛ ਤਾਂ ਨੌਜਵਾਨਾਂ 'ਚ ਉਮੀਦ ਬਣੀ ਆ ਨਾ ਜੀ ਕਿ ਯਾਰ ਹੋ ਸਕਦਾ ਆਪਾਂ ਉਹਨਾਂ 15% 'ਚ ਹੋਈਏ, ਵੀ ਆਪਾਂ ਇੰਨੇ ਵਧੀਆ ਪਰਫਾਰਮ ਕਰਾਂਗੇ, ਚੰਗੇ ਡਿਸਿਪਲਿਨ 'ਚ ਰਹਿ ਕੇ ਕੰਮ ਕਰਾਂਗੇ ਤੇ ਆਪਾਂ 15 'ਚ ਆ ਜਾਵਾਂਗੇ ਤਾਂ ਆਪਾਂ ਪੱਕੀ ਹੋ ਜਾਏਗੀ ਜੀ। ਸੋ ਇਸ ਕਰਕੇ ਉਹ ਕਿਤੇ ਨਾ ਕਿਤੇ ਆਸ ਦੀ ਉਮੀਦ ਆ, ਕਿਰਨ ਹੈ ਜਿਹੜੀ, ਉਹ ਉੱਥੇ ਵੀ ਦਿਖਦੀ ਆ, ਉਹ 10-15% ਦਿਖਦੇ ਨੇ। ਪਰ ਜਿਹੜਾ ਇਹ ਪਲਾਨ ਆ, ਜਿਹੜਾ ਕਿ ਇਹ ਇਜ਼ਰਾਈਲ ਦਾ ਮਾਡਲ ਹੈ, ਇਸੇ ਤਰੀਕੇ ਨਾਲ ਸਾਊਥ ਅਫਰੀਕਾ ਵੀ ਕਰਦਾ। ਸਾਊਥ ਅਫਰੀਕਾ ਦੇ ਵਿੱਚ ਵੀ ਇਹੀ, ਮਾਫ ਕਰਨਾ, ਸਾਊਥ ਕੋਰੀਆ ਦੇ ਵਿੱਚ ਵੀ ਇਹੀ ਹੈ ਕਿ ਜਦੋਂ 18 ਸਾਲ ਦਾ ਬੱਚਾ ਹੋ ਗਿਆ, ਨੌਜਵਾਨ ਹੋ ਗਿਆ, ਮੁੰਡਾ ਕੁੜੀ, ਤੇ ਉਹਨਾਂ ਨੂੰ 3 ਸਾਲ ਆ ਜਿਹੜੇ ਉਹ ਫੌਜ 'ਚ ਲਾਉਣੇ ਹੀ ਪੈਣਗੇ। ਦੇਖੋ, ਚਾਹੇ ਤੁਸੀਂ ਮਿਨਿਸਟਰ ਦੇ ਬੱਚੇ ਹੋ, ਚਾਹੇ ਤੁਸੀਂ ਰਾਸ਼ਟਰਪਤੀ ਦੇ ਬੱਚੇ ਹੋ, ਚਾਹੇ ਪ੍ਰਧਾਨ ਮੰਤਰੀ ਦੇ ਬੱਚੇ ਹੋ, ਚਾਹੇ ਕਿਸੇ ਜੱਜ ਦੇ ਬੱਚੇ ਹੋ, ਤੁਹਾਨੂੰ 3 ਸਾਲ ਉੱਥੇ ਫੌਜ 'ਚ ਲਾਉਣੇ ਹੀ ਲਾਉਣੇ ਪੈਣਗੇ। ਇਜ਼ਰਾਈਲ 'ਚ ਵੀ, ਸਾਊਥ ਕੋਰੀਆ 'ਚ ਵੀ ਜੀ। ਆਪਣੇ ਵਾਂਗੂ ਨਹੀਂ ਕਿ ਜੇ ਮੰਤਰੀ ਦਾ ਪੁੱਤ ਹੈ ਤਾਂ ਅਸੀਂ ਐਸ਼ ਕਰਾਂਗੇ, ਗੱਡੀਆਂ ਘੁਮਾਵਾਂਗੇ, ਹਨਾ, ਮੈਂ ਕਿਸੇ ਵੱਡੇ ਜੱਜ ਦਾ ਮੁੰਡਾ ਜੀ, ਅਸੀਂ ਟੌਰ ਕਰਾਂਗੇ, ਹਨਾ। ਤੇ ਆਪਣੇ ਤਾਂ ਏਦਾਂ ਹੀ ਚੱਲਦਾ ਜੀ। ਉੱਥੇ ਉਹਨਾਂ ਨੇ ਕਿਹਾ ਹੋਇਆ ਕਿ ਸਾਰਿਆਂ ਦੇ ਲਈ ਰੂਲ ਹੈ ਭਾਈ, ਇਹ ਪ੍ਰਧਾਨ ਮੰਤਰੀ, ਰਾਸ਼ਟਰਪਤੀ ਦਾ ਬੇਟਾ ਵੀ ਉਸ 3 ਸਾਲ, ਠੀਕ ਹੈ, ਫੌਜ 'ਚ ਸੇਵਾ ਕਰੂਗਾ, ਨੌਕਰੀ ਕਰੂਗਾ। ਹੁਣ ਅਗਨੀਪਥ ਦੇ ਜ਼ਰੀਏ ਜਦੋਂ 7-8 ਲੱਖ ਤੱਕ ਫੌਜ ਦੀ ਗਿਣਤੀ 14 ਲੱਖ ਤੋਂ ਘੱਟ ਹੋ ਕੇ ਆ ਗਈ, ਤੇ ਉਹ ਜਿਹੜਾ ਬਾਕੀ ਦਾ ਜਿਹੜਾ 7-8-6 ਲੱਖ ਤੇ ਫੌਜੀਆਂ ਤੇ ਜਿੰਨਾ ਦੇਖੋ ਤੁਸੀਂ ਹਜ਼ਾਰਾਂ ਕਰੋੜ ਰੁਪਇਆ ਬਣ ਜਾਂਦਾ ਉਹਨਾਂ ਦੀਆਂ ਤਨਖਾਹਾਂ ਦਾ, ਜਿਹੜਾ ਉਹ ਲੱਗਣਾ ਸੀ, ਉਹ ਸਾਰਾ ਹੁਣ ਹਥਿਆਰਾਂ ਤੇ ਲਾਊਗਾ ਇੰਡੀਆ ਜੀ। ਹਥਿਆਰ ਆਧੁਨਿਕ ਕਰ ਰਹੀ ਹੈ ਇੰਡੀਅਨ ਫੌਜ, ਆਰਮੀ ਹੋਵੇ, ਨੇਵੀ ਹੋਵੇ ਜਾਂ ਏਅਰ ਫੋਰਸ ਹੋਵੇ, ਹਥਿਆਰ ਆਧੁਨਿਕ ਕਰ ਰਿਹਾ। ਰਫੇਲ ਵਰਗੇ ਜਹਾਜ਼ ਅਸੀਂ ਫਰਾਂਸ ਤੋਂ ਲੈ ਲਏ ਨੇ, ਹੈ ਨਾ। ਸਿਕਿਉਰਿਟੀ ਸਿਸਟਮ, ਮਿਜ਼ਾਈਲਾਂ ਜਿਹੜੀਆਂ S-400 ਹੈ ਸ਼ਾਇਦ, ਉਹ ਰਸ਼ੀਆ ਤੋਂ ਅਸੀਂ ਲੈ ਲਈ ਹੈ ਕਿ ਕੋਈ ਵੀ ਮਿਜ਼ਾਈਲ ਅੰਦਰ ਆ ਰਹੀ ਹੈ ਤਾਂ ਉਹ ਅੰਦਰ ਨਹੀਂ ਆਊਗੀ, ਉਹਨੂੰ ਰਸਤੇ 'ਚ ਖਤਮ ਕਰ ਦਿੱਤਾ ਜਾਊਗਾ। ਇੰਨਾ ਉਹ ਡਿਫੈਂਸ ਸਿਸਟਮ ਕਾਮਯਾਬ ਹੈ। ਤੇ ਹੁਣ ਅਸੀਂ ਡਰੋਨ ਲੈ ਰਹੇ ਹਾਂ ਬਹੁਤ ਵਧੀਆ ਤਰੀਕੇ ਦੇ ਨਾਲ, ਅਮਰੀਕਾ ਤੋਂ ਲੈ ਰਹੇ ਹਾਂ ਸ਼ਾਇਦ। ਉਹ ਡਰੋਨ ਆ, ਉਹ ਕਿਤੇ ਵੀ ਜਾ ਕੇ ਤੁਸੀਂ ਨਜ਼ਰ ਰੱਖ ਰਹੇ ਹੋ। ਸੋ ਆਰਟੀਫਿਸ਼ੀਅਲ ਇੰਟੈਲੀਜੈਂਟ ਵੱਲ ਵੱਧ ਰਹੀ ਹੈ ਇੰਡੀਆ। ਇਹੀ ਕਾਰਨ ਹੈ ਕਿ ਅਗਨੀਵੀਰ ਵਾਲਾ ਜਿਹੜਾ ਕੰਸੈਪਟ ਆ ਉਹ ਇੰਡੀਆ 'ਚ ਲਾਂਚ ਹੋਇਆ। ਸਰਕਾਰ ਚਾਹੇ ਕੋਈ ਵੀ ਹੁੰਦੀ, ਕਿਉਂਕਿ ਜ਼ਰੂਰਤ ਦੇ ਹਿਸਾਬ ਨਾਲ ਦੇਖੋ ਤੁਸੀਂ ਚੱਲਣਾ। ਸਮੇਂ ਦੀ ਮੰਗ ਇਹ ਨਹੀਂ ਕਿ ਤੁਹਾਡੇ ਕੋਲ ਫੌਜ ਸਭ ਤੋਂ ਵੱਡੀ ਹੋਵੇ, ਸਮੇਂ ਦੀ ਮੰਗ ਇਹ ਹੈ ਕਿ ਜਿਹੜੀ ਤੁਹਾਡੀ ਫੌਜ ਆ, ਤੁਹਾਡੀ ਫੌਜ ਦੇ ਕੋਲ ਹਥਿਆਰ ਸਭ ਤੋਂ ਵਧੀਆ ਹੋਣ, ਆਧੁਨਿਕ ਹੋਣ, AI ਦੇ ਨਾਲ ਪੂਰਨ ਤੌਰ ਤੇ ਸਮਰੱਥ ਹੋਣ ਜੀ। ਸੋ ਇਸੇ ਕਰਕੇ ਇਹ ਜਿਹੜਾ ਅਗਨੀਵੀਰ ਵਾਲਾ ਕਨਸੈਪਟ ਆ ਇੰਡੀਆ 'ਚ ਆਇਆ। ਸਰਕਾਰ ਪਿਛਲੇ ਸਾਲ ਲੈ ਕੇ ਆਈ ਹੈ। ਹੁਣ ਨੌਜਵਾਨ ਜਾ ਵੀ ਰਹੇ ਨੇ। ਘੱਟੋ ਘੱਟ ਨੌਜਵਾਨਾਂ ਨੂੰ ਇਹ ਤਾਂ ਹੈ ਕਿ ਅਸੀਂ 4 ਸਾਲ ਤੱਕ ਅਸੀਂ ਭਰਤੀ ਕਰਾਂਗੇ। ਇਹਦਾ ਵਿਰੋਧ ਵੀ ਬਹੁਤ ਸਾਰਾ ਹੋਇਆ। ਕੁਛ ਲੋਕਾਂ ਦਾ ਇਹ ਵੀ ਸੋਚਣਾ ਕਿ 4 ਸਾਲਾਂ ਦੇ ਲਈ ਕੋਈ ਨੌਜਵਾਨ ਆਪਣੀ ਜ਼ਿੰਦਗੀ ਖਤਰੇ 'ਚ ਨਹੀਂ ਪਾਊਗਾ, ਪਰ ਉਹ ਜ਼ਰੂਰੀ ਨਹੀਂ ਕਿ ਉਹਨਾਂ 4 ਸਾਲਾਂ ਦੇ ਵਿੱਚ ਯੁੱਧ ਹੋਣਾ ਹੀ ਆ। ਯੁੱਧ ਤਾਂ ਤੁਹਾਨੂੰ ਪਤਾ ਕਿ ਸਿੱਧੀ ਜੰਗ ਤਾਂ ਵੈਸੇ ਕਿਸੇ ਦੇ ਨਾਲ ਹੁਣ ਹੁੰਦੀ ਓ ਨਹੀਂ। ਅਸੀਂ ਆਸੇ ਪਾਸੇ ਜਿਹੜੇ ਸਾਡੇ ਨੇਬਰ ਨੇ, ਪਾਕਿਸਤਾਨ ਤੇ ਚਾਈਨਾ ਲਗਾ ਲਈਏ, ਤੇ ਨਿਊਕਲੀਅਰ ਸੰਪੰਨ ਦੇਸ਼ ਨੇ, ਤੇ ਜਿਹੜੇ ਨਿਊਕਲੀਅਰ ਸੰਪੰਨ ਦੇਸ਼ ਹੁੰਦੇ ਨੇ ਉਹਨਾਂ ਦੇ ਨਾਲ ਇੱਕ ਸੰਧੀ ਹੋਇਆ ਸੀ ਸਾਰਿਆਂ ਵਰਲਡ ਦੇ ਵਿੱਚ ਇਹ ਕੀਤੀ ਹੋਈ ਹੈ ਕਿ ਕੋਈ ਵੀ ਜਿਹੜਾ ਨਿਊਕਲੀਅਰ ਪਾਵਰ ਦੇਸ਼ ਹੈ ਉਹ ਸਭ ਤੋਂ ਪਹਿਲਾਂ ਨਿਊਕਲੀਅਰ ਬੰਬ ਨਹੀਂ ਚਲਾਊਗਾ। ਹੁਣ ਜੇ ਮੰਨ ਲਓ ਇੰਡੀਆ ਪਾਕਿਸਤਾਨ ਦੇ ਵਿੱਚ ਲੜਾਈ ਵੀ ਹੁੰਦੀ ਹੈ, ਦੋਨਾਂ ਕੋਲ ਪਰਮਾਣੂ ਹਥਿਆਰ ਹੈ, ਜਿਹੜੀ ਸੰਧੀ ਕੀਤੀ ਹੋਈ ਆ ਉਹ ਇਹ ਹੈ ਵੀ ਕੋਈ ਵੀ ਪਹਿਲਾਂ ਨਹੀਂ ਚਲਾਊਗਾ। ਹੁਣ ਜਦੋਂ ਕਿਸੇ ਨੇ ਪਹਿਲਾਂ ਹੀ ਨਹੀਂ ਚਲਾਉਣਾ ਤਾਂ ਦੂਆ ਕਿਵੇਂ ਚਲਾ ਲੂਗਾ ਜੀ। ਸੋ ਇਸ ਕਰਕੇ ਪਰਮਾਣੂ ਬੰਬ ਚੱਲਣ ਦਾ ਜਿਹੜਾ ਖਤਰਾ ਉਹ ਬਹੁਤ ਘੱਟ ਹੈ ਇਸ ਸੰਧੀ ਕਰਕੇ। ਸੋ ਜੇਕਰ ਤੁਸੀਂ ਚਲਾਓਗੇ ਤਾਂ ਹੀ ਮੈਂ ਚਲਾਊਂਗਾ, ਜੇ ਤੁਸੀਂ ਨਹੀਂ ਚਲਾਓਗੇ ਮੈਂ ਨਹੀਂ ਚਲਾ ਸਕਦਾ, ਮੈਂ ਨਹੀਂ ਚਲਾਉਂਗੇ ਤੁਸੀਂ ਨਹੀਂ ਚਲਾ ਸਕਦਾ। ਫਿਰ ਉਹ ਉਹੀ ਛੋਟੀਆਂ ਮੋਟੀਆਂ ਜਿਹੜੇ ਆਮ ਰਵਾਇਤੀ ਹੈ ਕਿ ਟੈਂਕਾਂ ਤੋਪਾਂ ਦੇ ਨਾਲ ਲੜਾਈਆਂ ਨੇ, ਡਰੋਨਾਂ ਦੇ ਲੜਾਈਆਂ ਨੇ, ਉਹ ਹੁੰਦੀਆਂ ਨੇ। ਇਹੀ ਕਾਰਨ ਹੈ ਕਿ ਜਿਹੜਾ ਨਿਊਕਲੀਅਰ ਪਏ ਤਾਂ ਹੈਗੇ ਨੇ ਦੇਸ਼ਾਂ ਦੇ ਕੋਲ, ਪਰ ਉਹ ਚਾਹ ਕੇ ਵੀ ਹੈ ਜਿਹੜਾ ਉਹ ਚਲਾਇਆ ਨਹੀਂ ਜਾ ਸਕਦਾ। ਹਾਂ, ਉਹ ਗੱਲ ਹੋਰ ਹੈ ਕਿ ਕਿਸੇ ਦੇਸ਼ ਦਾ ਹੁਕਮਰਾਨ ਜੇ ਕੋਈ ਸਰਫਰਾ ਹੋ ਜੇ ਹਿਟਲਰ ਵਰਗਾ, ਫਿਰ ਉਹ ਚਲਾ ਸਕਦਾ। ਜਿਵੇਂ ਕਿ ਕਿਮ ਜੋਂਗ ਸੀਗਾ ਜਿਹੜਾ ਉੱਤਰੀ ਕੋਰੀਆ ਦਾ ਕਿਮ ਜੋਂਗ ਹੈ,
ਉਹਨੇ ਬਹੁਤ ਸਾਰੇ ਨਿਊਕਲੀਅਰ ਧਮਾਕੇ ਕੀਤੇ ਨੇ, ਹੈ ਨਾ, ਪ੍ਰੀਖਣ ਕੀਤਾ। ਅਮਰੀਕਾ ਨੂੰ ਇੱਕ ਵਾਰ ਉਹਨੇ ਗੋਡੇ ਟਿਕਾਤੇ ਸੀ ਖੁਦ। ਉਦੋਂ ਡੋਨਲਡ ਟਰੰਪ ਨੂੰ ਇੱਧਰ ਸਿੰਗਾਪੁਰ ਆ ਕੇ ਉਹਦੇ ਨਾਲ ਇੰਟਰਵਿਊ ਕਰਨੀ ਪਈ ਸੀ। ਸੋ ਇਸ ਤਰ੍ਹਾਂ ਦੇ ਹਾਲਾਤ ਨੇ। ਆਪਾਂ ਅਗਨੀਵੀਰ ਦੀ ਗੱਲ ਕਰਦੇ ਸੀ, ਇਹ ਦੱਸਿਆ ਕਿ ਇੱਕ ਨਵਾਂ ਕਨਸੈਪਟ ਹੈ, ਇਜ਼ਰਾਈਲ ਦੀ ਮਿਲਟਰੀ ਕਨਸੈਪਟ ਦੇ ਨਾਲ ਇਹ ਮੇਲ ਖਾਂਦਾ। ਸੋ ਇਸ ਤਰੀਕੇ ਦੇ ਨਾਲ ਇੰਡੀਆ ਤੇ ਇੰਡੀਅਨ ਆਰਮੀ ਚਾਹੁੰਦੀ ਹੈ ਕਿ ਬੇਸ਼ੱਕ ਇੱਕ ਤਾਂ ਫੌਜ ਦੀ ਗਿਣਤੀ ਘੱਟ ਕੀਤੀ ਜਾਵੇ ਤੇ ਜਿਹੜਾ ਉਹੀ ਪੈਸਾ ਉਹ ਹਥਿਆਰਾਂ 'ਤੇ ਲਾ ਕੇ ਭਾਰਤੀ ਸੈਨਾ ਨੂੰ ਹਥਿਆਰਾਂ ਦੇ ਮਾਮਲੇ ਦੇ ਵਿੱਚ ਆਧੁਨਿਕ ਕਰ ਦਿੱਤਾ ਜਾਵੇ।